हाँ जी विद्यार्थियों, दो लैसन भावें अपने हो गए पहला, पर थोड़ा तरीका बदल के तीजा लैसन मैट्रिक्सिस शुरू ਕਰਨ ਜਾ ਰਹੇ ਹਾਂ। मैं अपने ਵੱਲੋਂ पूरी कोशिश करांगा कि हरेक ਨੁਕਤੇ ਨੂੰ ਪੰਜਾਬੀ ਦੇ ਵਿੱਚ ਜਾਂ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ, ਬਿਲਕੁਲ ਆਮ ਭਾਸ਼ਾ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂ। ਮੇਰੇ ਵੱਲੋਂ ਪੂਰੀ ਯਤਨ ਹੋਊਗਾ। ਔਰ ਐਕਸਰਸਾਈਜ਼ ਦਾ ਜਿਹੜਾ ਆਨਸਰ ਹੈ ਉਹ ਵੀ ਤੁਹਾਨੂੰ ਭੇਜਾਂਗਾ। ਤੁਸੀਂ ਅੱਜ ਦਾ ਲੈਕਚਰ ਸੁਣਨ ਤੋਂ ਬਾਅਦ ਮੈਨੂੰ ਫੀਡਬੈਕ ਦੇਣੀ ਆ, ਸਮਝ ਆਇਆ ਜਾਂ ਨਹੀਂ ਆਇਆ, ਕੀ ਹੋਇਆ, ਮਤਲਬ ਜੋ ਵੀ ਹੋਇਆ ਤੁਹਾਡਾ ਵਿਚਾਰ ਉਹ ਖੁੱਲ੍ਹ ਕੇ ਮੈਨੂੰ ਦੱਸ ਦੇਣਾ। ਚਲੋ ਸ਼ੁਰੂ ਕਰਦੇ ਹਾਂ। ਚੈਪਟਰ 3 ਮੈਟ੍ਰਿਕਸ। ਮੈਟ੍ਰਿਕਸ ਕੀ ਹੁੰਦਾ? ਭਾਵੇਂ ਕਿਤਾਬਾਂ ਦੇ ਵਿੱਚ ਡੈਫੀਨੀਸ਼ਨ ਜਿਹੜੀ ਆ ਥੋੜ੍ਹੀ ਗੁੰਝਲਦਾਰ ਤਰੀਕੇ ਨਾਲ ਦਿੱਤੀ ਆ, ਜਿਵੇਂ ਇੱਥੇ ਵੀ ਦਿੱਤੀ ਆ। ਮੈਟ੍ਰਿਕਸ, ਇਹ ਮੈਟ੍ਰਿਕਸ is an ordered rectangular array of numbers or functions. The numbers or functions are called the elements or the entries of the matrix. ਮੈਟ੍ਰਿਕਸ ਕੀ ਚੀਜ਼ ਆ? ਸਿੱਧੇ ਸ਼ਬਦਾਂ 'ਚ ਦੱਸਾਂ, ਇਹਨੂੰ ਡੈਫੀਨੇਸ਼ਨ ਨੂੰ ਛੱਡੋ। ਇੱਕ ਬ੍ਰੈਕਟ ਪਾਈ ਹੈ ਇਸ ਟਾਈਪ ਦੀ, ਇਹਦੇ ਵਿੱਚ ਕੁਛ ਐਲੀਮੈਂਟ, ਕੁਛ ਮੈਂਬਰ ਉਹਦੇ ਲਿਖੇ ਆ, ਜਿਹੜੇ ਲਾਈਨਾਂ ਔਰ ਕਾਲਮ ਦੇ ਰੂਪ ਦੇ ਵਿੱਚ ਹੈ। ਇਹ ਲਾਈਨਾਂ ਅਤੇ ਕਾਲਮ ਤੁਸੀਂ ਅਖਬਾਰਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੁੰਦੇ ਆ। ਅਖਬਾਰ ਦੇ ਵਿੱਚ ਵੈਸੇ 8 ਕਾਲਮ ਹੁੰਦੇ ਆ ਜਿਹੜੀਆਂ ਇਹ ਲਿਖੀਆਂ। ਜੇ ਤਾਂ ਇੱਧਰ ਨੂੰ ਅਸੀਂ ਦੇਖਦੇ ਹਾਂ 1 2 3, ਇਹ ਹੈਗੀਆਂ ਲਾਈਨਾਂ ਜਿਹਨੂੰ ਰੋਜ਼ ਕਹਿੰਦੇ ਆ। ਇਹ ਪਹਿਲੀ ਲਾਈਨ ਹੈ, ਦੂਜੀ ਲਾਈਨ ਹੈ, ਤੀਜੀ ਲਾਈਨ ਹੈ। ਅਤੇ ਜੇਕਰ ਉੱਪਰ ਤੋਂ ਹੇਠਾਂ ਨੂੰ ਦੇਖਦੇ ਹਾਂ, ਇਹ ਪਹਿਲਾ ਕਾਲਮ ਹੈ, ਇਹ ਦੂਜਾ ਕਾਲਮ ਹੈ। ਅਗਲੇ ਬੀ ਵਾਲੇ ਮੈਟ੍ਰਿਕਸ ਦੇ ਵਿੱਚ 1 2 3 ਲਾਈਨਾਂ ਅਤੇ 1 2 ਅਤੇ 3 ਉਹਦੇ ਕਾਲਮ ਹੈ। ਲਾਈਨਾਂ ਅਤੇ ਕਾਲਮਸ ਦੇ ਵਿੱਚ ਜਦੋਂ ਐਲੀਮੈਂਟਸ ਨੂੰ, ਸੰਖਿਆਵਾਂ ਨੂੰ, ਨੰਬਰਾਂ ਨੂੰ ਜਾਂ ਵਸਤੂਆਂ ਨੂੰ ਲਿਖਿਆ ਜਾਂਦਾ ਹੈ ਤਾਂ ਉਹਨੂੰ ਮੈਟ੍ਰਿਕਸ ਕਹਿੰਦੇ। ਮੈਟ੍ਰਿਕਸ ਦੇ ਲਈ ਅੱਗੇ ਲਿਖਿਆ ਆਰਡਰ ਆਫ ਏ ਮੈਟ੍ਰਿਕਸ। ਆਰਡਰ ਜਿਹੜਾ ਮੈਟ੍ਰਿਕਸ ਦਾ ਕੋਈ ਹੋਰ ਨਹੀਂ ਹੁੰਦਾ, ਉਹਦੀਆਂ ਲਾਈਨਾਂ ਅਤੇ ਕਾਲਮਾਂ ਦੀ ਗਿਣਤੀ ਹੁੰਦੀ ਆ। ਇੱਕ ਮੈਟ੍ਰਿਕਸ ਦੇ ਵਿੱਚ ਮੰਨ ਲਓ M ਲਾਈਨਾਂ ਦੀ ਗਿਣਤੀ ਆ ਅਤੇ N ਕਾਲਮਾਂ ਦੀ ਗਿਣਤੀ ਆ, ਤਾਂ ਉਸ ਮੈਟ੍ਰਿਕਸ ਦਾ ਜਿਹੜਾ ਆਰਡਰ ਹੈ ਉਹ M ਗੁਣਾ N, ਮਤਲਬ ਲਾਈਨਾਂ ਦੀ ਗਿਣਤੀ ਗੁਣਾ ਕਾਲਮਾਂ ਦੀ ਗਿਣਤੀ ਹੋਊਗੀ। ਗੁਣਾ ਕਰਨੀ ਨਹੀਂ, ਉਹਨੂੰ ਸਿਰਫ ਲਿਖਿਆ ਹੀ ਜਾਂਦਾ। ਮਤਲਬ ਵੀ ਜਿਵੇਂ ਆ A ਵਾਲਾ ਜਿਹੜਾ ਅਸੀਂ ਦੇਖਿਆ ਸੀਗਾ, ਇਹਦੇ ਵਿੱਚ 3 ਲਾਈਨਾਂ ਅਤੇ 2 ਕਾਲਮ ਹੈ। ਇਹਨੂੰ 3 ਗੁਣਾ 2 ਦਾ ਮੈਟ੍ਰਿਕਸ ਕਹਾਂਗੇ, ਇਹ ਇਹਦਾ ਆਰਡਰ ਹੋਊਗਾ। ਅਤੇ ਜਿਹੜੇ ਇਹਦੇ ਮੈਂਬਰ ਹੈ ਜੋ ਉਹਦੇ ਵਿੱਚ ਲਿਖਿਆ ਉਹਨੂੰ ਐਲੀਮੈਂਟਸ ਕਹਿੰਦੇ। ਹੁਣ ਇਸੇ ਦੀ ਉਦਾਹਰਨ ਅਸੀਂ ਲੈ ਲਈਏ ਤਾਂ ਉਹਨੇ ਲਿਖਿਆ -2। -2 ਜਿਹੜਾ ਹੈ ਉਹ ਪਹਿਲੀ ਲਾਈਨ ਅਤੇ ਪਹਿਲੇ ਕਾਲਮ ਦਾ ਐਲੀਮੈਂਟ ਹੈ। 5 ਪਹਿਲੀ ਲਾਈਨ ਅਤੇ ਦੂਜੇ ਕਾਲਮ ਦਾ ਐਲੀਮੈਂਟ ਹੈ। ਜੇ ਇੱਕ ਮੈਟ੍ਰਿਕਸ ਦੇ ਵਿੱਚ ਟੋਟਲ ਗਿਣਤੀ ਪਤਾ ਕਰਨੀ ਹੋਵੇ ਐਲੀਮੈਂਟਸ ਦੀ, ਤਾਂ ਲਾਈਨਾਂ ਨੂੰ ਕਾਲਮ ਦੇ ਨਾਲ ਗੁਣਾ ਹੋ ਜਾਂਦੀ ਆ। ਜਿਵੇਂ ਇਹਦੇ 'ਚ 3 ਲਾਈਨਾਂ ਅਤੇ 2 ਕਾਲਮ ਹੈ, 3 ਗੁਣਾ 2, 3 ਨੂੰ ਹੁਣ ਗੁਣਾ ਕਰਾਂਗੇ 2 ਦੇ ਨਾਲ ਤਾਂ 6 ਬਣੂਗਾ। ਤਾਂ ਟੋਟਲ 6 ਇਹਦੇ ਵਿੱਚ ਐਲੀਮੈਂਟ ਹੈ। ਆਰਡਰ ਬਾਰੇ ਤੁਹਾਨੂੰ ਮੈਂ ਦੱਸ ਲਿਆ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਟਾਈਪਸ ਦੀ। ਟਾਈਪਸ ਆਫ ਮੈਟ੍ਰਿਕਸ। ਮੈਟ੍ਰਿਕਸ ਦੇ ਕਿੰਨੇ ਕਿਸਮ ਹੁੰਦੇ ਆ? ਟਾਈਪਸ ਆਫ ਮੈਟ੍ਰਿਕਸਿਸ, ਉਹਦੇ ਵਿੱਚ ਲਿਖਿਆ ਹੋਇਆ ਨੰਬਰ 1 ਕਾਲਮ ਮੈਟ੍ਰਿਕਸ।
ਤਾਂ ਕਿਸੇ ਮੈਟ੍ਰਿਕਸ ਦੀ ਸਿਰਫ ਇੱਕ ਹੀ ਕਾਲਮ ਹੋਵੇ, ਲਾਈਨਾਂ ਦੀ ਗਿਣਤੀ ਭਾਵੇਂ ਜਿੰਨੀ ਮਰਜ਼ੀ ਆ, 3 ਹੈ, ਇਹਦੇ ਵਿੱਚ 4 ਹੈ ਜਾਂ 5 ਹੈ ਜਾਂ 10 ਹੈ, ਕੁਛ ਵੀ ਆ, ਪਰ ਕਾਲਮ ਇੱਕ ਹੈ, ਤਾਂ ਉਹਨੂੰ ਕਾਲਮ ਮੈਟ੍ਰਿਕਸ ਕਹਿੰਦੇ ਆ। ਇਸੇ ਤਰੀਕੇ ਨਾਲ ਰੋ ਮੈਟ੍ਰਿਕਸ ਹੈ। ਹੁਣ ਇਹਦੇ ਵਿੱਚ ਕੇਵਲ ਇੱਕ ਲਾਈਨ ਹੈ, ਕਾਲਮ ਭਾਵੇਂ 4 ਹੈ, ਭਾਵੇਂ 3 ਹੈ, ਭਾਵੇਂ 10 ਹੈ, ਕਿੰਨੇ ਵੀ ਆ, ਲੇਕਿਨ ਲਾਈਨ ਜਿਹੜੀ ਆ ਉਹ ਸਿਰਫ ਇੱਕ ਹੈ, ਤਾਂ ਇਹਨੂੰ ਰੋ ਮੈਟ੍ਰਿਕਸ ਕਹਿੰਦੇ। ਅੱਗੇ ਹੈ ਸਕੁਏਅਰ ਮੈਟ੍ਰਿਕਸ। ਸਕੁਏਅਰ ਮੈਟ੍ਰਿਕਸ ਦੇ ਵਿੱਚ ਲਾਈਨਾਂ ਤੇ ਕਾਲਮਾਂ ਦੀ ਗਿਣਤੀ ਬਰਾਬਰ ਹੁੰਦੀ ਆ। ਜੇ ਲਾਈਨਾਂ 3 ਹੈ ਤਾਂ ਕਾਲਮ ਵੀ 3 ਹੋਣਗੇ, ਜੇ ਲਾਈਨਾਂ 2 ਹੈ ਤਾਂ ਕਾਲਮ ਵੀ 2 ਹੋਣਗੇ, ਲਾਈਨਾਂ 4 ਹੈ ਤਾਂ ਕਾਲਮ ਵੀ 4 ਹੋਣਗੇ। ਮਤਲਬ ਜਿੰਨੀ ਗਿਣਤੀ ਕਾਲਮ ਹੈ ਉਨੀਆਂ ਹੀ ਲਾਈਨਾਂ ਹੈ, ਜਿੰਨੀਆਂ ਲਾਈਨਾਂ ਉਨੇ ਹੀ ਕਾਲਮ ਹੈ, ਬਰਾਬਰ ਹੈ, ਤਾਂ ਉਹਨੂੰ ਸਕੁਏਅਰ ਮੈਟ੍ਰਿਕਸ ਕਹਿੰਦੇ ਆ। ਔਰ ਦੂਜੇ ਪਾਸੇ ਨਾਲ ਇੱਕ ਵਰਗ ਦੀ ਤਰ੍ਹਾਂ ਉਹਦੀ ਸ਼ਕਲ ਬਣਦੀ ਆ, ਇਸੇ ਕਰਕੇ ਉਹਨੂੰ ਸਕੁਏਅਰ ਕਹਿੰਦੇ ਆ। ਉਸ ਤੋਂ ਬਾਅਦ ਡਾਇਗਨਲ ਮੈਟ੍ਰਿਕਸ ਭਾਵੇਂ ਲਿਖਿਆ ਹੋਇਆ, ਪਰ ਇੱਕ ਹੋਰ ਵੀ ਹੁੰਦਾ ਇੱਥੇ ਨਹੀਂ ਲਿਖਿਆ ਹੋਇਆ, ਉਹਨੂੰ ਰੈਕਟੈਂਗੂਲਰ ਕਹਿੰਦੇ ਆ। ਜਦੋਂ ਲਾਈਨਾਂ ਤੇ ਕਾਲਮਾਂ ਦੀ ਗਿਣਤੀ ਬਰਾਬਰ ਨਾ ਹੋਵੇ ਤਾਂ ਉਹਦੀ ਆਇਤ ਵਰਗੀ ਸ਼ਕਲ ਬਣਦੀ ਹੈ, ਇਸ ਕਰਕੇ ਉਹਨੂੰ ਰੈਕਟੈਂਗੂਲਰ ਕਹਿੰਦੇ ਆ। ਡਾਇਗਨਲ ਮੈਟ੍ਰਿਕਸ ਦੇ ਵਿੱਚ ਤੁਸੀਂ ਐਂਟਰੀਜ਼ ਦੇਖੋ, 2 ਉਦਾਹਰਨਾਂ ਇੱਥੇ ਦਿੱਤੀਆਂ। ਇਹ 'ਚ ਕੀ ਹੈ, ਇੱਕ ਡਾਇਗਨਲ ਦੇ ਉੱਤੇ ਜਿਹੜੇ ਐਲੀਮੈਂਟ ਹੈ ਉਹ ਨਾਨ ਜ਼ੀਰੋ ਹੈ, ਮਤਲਬ ਜ਼ੀਰੋ ਤੋਂ ਇਲਾਵਾ ਕੋਈ ਹੋਰ ਹੈ। ਬਾਕੀ ਦੇ ਜਿਹੜੇ ਆ, ਚਾਹੇ ਉਹਦੇ ਉੱਪਰ ਹੈ ਚਾਹੇ ਹੇਠਾਂ ਹੈ, ਉਹ ਸਾਰੇ ਕੀ ਆ, ਜ਼ੀਰੋ ਹੈ। ਤਾਂ ਡਾਇਗਨਲ ਤਾਂ ਤੁਸੀਂ ਸਮਝਦੇ ਆ ਕੀ ਹੁੰਦਾ, ਜਿਹਨੂੰ ਪੰਜਾਬੀ ਦੇ ਵਿੱਚ ਵਿਕਰਨ ਕਹਿੰਦੇ ਆ। ਸਿਰਫ ਉਹ ਵਾਲੀਆਂ ਐਂਟਰੀਜ਼, ਉਹ ਵਾਲੇ ਐਲੀਮੈਂਟਸ ਜ਼ੀਰੋ ਤੋਂ ਇਲਾਵਾ ਕੋਈ ਹੋਰ ਹੈ, ਬਾਕੀ ਦੇ ਸਾਰੇ ਜ਼ੀਰੋ ਹੈ, ਤਾਂ ਇਹਨੂੰ ਡਾਇਗਨਲ ਮੈਟ੍ਰਿਕਸ ਕਹਿੰਦੇ ਆ। ਉਹ ਤੋਂ ਬਾਅਦ ਲਿਖਿਆ ਸਕੇਲਰ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ ਦੇ ਵਿੱਚ ਔਰ ਸਕੇਲਰ ਮੈਟ੍ਰਿਕਸ ਦੇ ਵਿੱਚ ਫਰਕ ਸਿਰਫ ਥੋੜ੍ਹਾ ਹੀ ਆ ਕਿ ਉਹਦੇ 'ਚ ਵੱਖਰੇ ਵੱਖਰੇ ਸੀਗੇ ਜਿਹੜੇ ਡਾਇਗਨਲ ਦੇ ਐਲੀਮੈਂਟ ਹੈ, ਉਹ -1.1 ਹੈ, 2 ਹੈ, 3 ਹੈ, ਅਤੇ ਸਕੇਲਰ ਦੇ ਵਿੱਚ ਇਹ ਜਿਹੜੇ ਐਲੀਮੈਂਟ ਹੈ ਉਹ ਇੱਕੋ ਜਿਹੇ ਹੀ ਆ, ਭਾਵੇਂ ਉਹ -1 ਹੋਣ ਜਾਂ √3 ਹੋਣ ਜਾਂ ਕੋਈ ਹੋਰ ਵੀ ਹੋਣ, ਮਤਲਬ ਕਿ ਸੇਮ ਹੋਣ ਸਾਰੇ, ਤਾਂ ਉਹਨੂੰ ਅਸੀਂ ਸਕੇਲਰ ਮੈਟ੍ਰਿਕਸ ਕਹਿੰਦੇ ਹਾਂ। ਅਤੇ ਇਹਦੇ ਨਾਲ ਹੀ ਅੱਗੇ ਜੁੜਿਆ ਹੋਇਆ ਆਇਡੈਂਟੀਟੀ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਦੇ ਵਿੱਚ ਜਿਹੜੇ ਐਲੀਮੈਂਟ ਡਾਇਗਨਲ ਦੇ ਉੱਤੇ ਆ ਰਹੇ ਆ ਉਹ 1 ਹੈ, 1 ਤੋਂ ਇਲਾਵਾ ਕੋਈ ਹੋਰ ਨਾ ਹੋਵੇ, ਜਿਹਦਾ 1 ਹੋਵੇ ਉਹਨੂੰ ਅਸੀਂ ਆਇਡੈਂਟੀਟੀ ਮੈਟ੍ਰਿਕਸ ਕਹਿੰਦੇ ਹਾਂ। ਅਤੇ ਅਗਲਾ ਟਾਈਪ ਹੈਗੀ ਜ਼ੀਰੋ ਮੈਟ੍ਰਿਕਸ। ਜ਼ੀਰੋ ਦੇ ਵਿੱਚ ਜਿਹੜਾ ਮੈਟ੍ਰਿਕਸ ਹੈ ਉਹਦੇ ਵਿੱਚ ਸਾਰੀਆਂ ਹੀ ਐਂਟਰੀਆਂ, ਸਾਰੇ ਹੀ ਉਹਦੇ ਮੈਂਬਰ ਜਿਹੜੇ ਆ ਜ਼ੀਰੋ ਹੈ, ਇਹਨੂੰ ਜ਼ੀਰੋ ਮੈਟ੍ਰਿਕਸ ਜਾਂ ਨਲ ਮੈਟ੍ਰਿਕਸ ਕਹਿੰਦੇ ਆ। ਤਾਂ ਉਹ ਤੋਂ ਬਾਅਦ ਅਗਲੀ ਜਿਹੜੀ ਹੈ ਗੱਲ ਉਹ ਹੈ ਇਕੁਐਲਿਟੀ ਆਫ ਮੈਟ੍ਰਿਕਸਿਸ। ਇੱਕ ਮੈਟ੍ਰਿਕਸ ਦੂਜੇ ਮੈਟ੍ਰਿਕਸ ਦੇ ਕਿਸ ਸਥਿਤੀ ਵਿੱਚ ਬਰਾਬਰ ਹੋਊਗਾ, ਉਹਦੀ ਅਸੀਂ ਗੱਲ ਕਰਨੀ ਆ। ਉਹਦੇ ਲਈ 2 ਸ਼ਰਤ ਹੈ। ਨੰਬਰ 1, ਮੈਟ੍ਰਿਕਸ ਦੋਨੇ ਮੈਟ੍ਰਿਕਸ ਦਾ ਜਿਹੜਾ ਆਰਡਰ ਹੈ ਉਹ ਸੇਮ ਹੋਣਾ ਚਾਹੀਦਾ। ਮਤਲਬ ਕਿ ਸਮਝ ਲਓ ਕਿ ਇੱਕ ਏ ਮੈਟ੍ਰਿਕਸ ਹੈ, ਇੱਕ ਬੀ ਮੈਟ੍ਰਿਕਸ ਹੈ। ਬੀ ਮੈਟ੍ਰਿਕਸ ਦੀਆਂ ਲਾਈਨਾਂ ਦੀ ਗਿਣਤੀ ਉਨੀ ਹੋਣੀ ਚਾਹੀਦੀ ਹੈ ਜਿੰਨੀ ਏ ਦੀ ਆ, ਅਤੇ ਕਾਲਮਾਂ ਦੀ ਗਿਣਤੀ ਵੀ ਉਨੀ ਹੋਣੀ ਚਾਹੀਦੀ ਹੈ ਜਿੰਨੀ ਏ ਦੀ ਆ। ਮਤਲਬ ਦੋਨੋਂ ਮੈਟ੍ਰਿਕਸ ਦੀਆਂ ਲਾਈਨਾਂ ਔਰ ਕਾਲਮ ਗਿਣਤੀ ਦੇ ਵਿੱਚ ਬਰਾਬਰ ਜੇਕਰ ਹੋਣਗੇ ਫਿਰ ਇਹ ਪਹਿਲੀ ਕੰਡੀਸ਼ਨ ਪੂਰੀ ਹੁੰਦੀ ਆ। ਦੂਸਰੀ ਕੰਡੀਸ਼ਨ ਇਹ ਹੈ ਕਿ ਜੇਕਰ ਜਿਹੜੀ ਵੀ ਸਥਿਤੀ ਦੇ ਵਿੱਚ, ਜਿਸ ਵੀ ਸਥਾਨ ਦੇ ਉੱਤੇ ਪਹਿਲੇ ਮੈਟ੍ਰਿਕਸ ਦੇ ਵਿੱਚ ਐਂਟਰੀ ਪਈ ਹੋਈ ਆ, ਸੇਮ ਦੂਜੇ ਮੈਟ੍ਰਿਕਸ ਦੇ ਵਿੱਚ ਵੀ ਜਿਹੜੀ ਐਂਟਰੀ ਪਈ ਹੋਈ ਆ ਉਹ ਬਰਾਬਰ ਹੋਣੀ ਚਾਹੀਦੀ ਆ। ਉਹਨੂੰ ਕੋਰਸਪੋਂਡਿੰਗ ਐਲੀਮੈਂਟਸ ਕਹਿੰਦੇ ਆ ਵੈਸੇ ਤਾਂ, ਪਰ ਗੱਲ ਨੂੰ ਸਮਝ ਲਓ ਵੀ ਪਹਿਲੇ ਮੈਟ੍ਰਿਕਸ ਦੇ ਵਿੱਚ ਪਹਿਲੀ ਲਾਈਨ ਔਰ ਪਹਿਲੇ ਕਾਲਮ ਦੇ ਵਿੱਚ ਜਿਹੜਾ ਐਲੀਮੈਂਟ ਲਿਖਿਆ, ਦੂਜੇ ਮੈਟ੍ਰਿਕਸ ਦੇ ਵਿੱਚ
ਵੀ ਪਹਿਲੀ ਲਾਈਨ ਔਰ ਪਹਿਲੇ ਕਾਲਮ ਦਾ ਉਹੀ ਐਲੀਮੈਂਟ ਹੋਊਗਾ। ਸੇਮ ਪੋਜੀਸ਼ਨ ਆ ਉਹਦੀ, ਪਹਿਲੇ ਲਾਈਨ ਹੈ ਅਤੇ ਪਹਿਲਾ ਹੀ ਕਾਲਮ ਹੈ। ਦੂਜੇ ਮੈਟ੍ਰਿਕਸ ਦੇ ਵਿੱਚ ਵੀ ਪਹਿਲੀ ਲਾਈਨ ਅਤੇ ਪਹਿਲੀ ਕਾਲਮ ਦਾ ਜਿਹੜਾ ਐਲੀਮੈਂਟ ਆ ਉਹ ਬਰਾਬਰ ਹੋਊਗਾ। ਉਹਨੂੰ ਕੋਰਸਪੋਂਡਿੰਗ ਅਸੀਂ ਕਹਿੰਦੇ ਹਾਂ, ਕੋਰਸਪੋਂਡਿੰਗ ਐਲੀਮੈਂਟਸ ਉਹ ਬਰਾਬਰ ਹੁੰਦੇ ਆ। ਦੋ ਕੰਡੀਸ਼ਨਾਂ ਜਿਹੜੀਆਂ ਇਹ ਸਾਡੇ ਕੋਲ ਲਾਗੂ ਹੋਣੀ ਚਾਹੀਦੀਆਂ। ਜਿਵੇਂ ਪਹਿਲੇ ਦਾ ਦੱਸਿਆ ਮੈਂ ਥੋੜ੍ਹੀ ਗੱਲ ਨੂੰ ਵਿਸਥਾਰ 'ਚ ਦੇ ਦਿਆਂ। ਜਦੋਂ ਇਹ ਤੋਂ ਵੀ ਅੱਗੇ ਵੱਧਦੇ ਹਾਂ ਅਸੀਂ ਤਾਂ ਇਹ ਗੱਲ ਜਿਹੜੀ ਆ ਸਾਰੇ ਹੀ ਐਲੀਮੈਂਟਸ ਦੇ ਲਈ ਬਰਾਬਰ ਹੁੰਦੀ ਆ। ਕੋਈ ਇੱਕ ਦੀ ਗੱਲ ਨਹੀਂ, ਸਾਰਿਆਂ ਜਿੰਨੇ ਵੀ ਹੈਗੇ ਆ। ਮੰਨ ਲਓ ਤੀਜੀ ਲਾਈਨ ਦਾ ਤੀਜੇ ਕਾਲਮ ਦਾ ਐਲੀਮੈਂਟ ਹੈ ਪਹਿਲੇ ਮੈਟ੍ਰਿਕਸ ਦੇ ਵਿੱਚ, ਉਹ ਦੂਜੇ ਮੈਟ੍ਰਿਕਸ ਦੇ ਵਿੱਚ ਵੀ ਤੀਜੀ ਲਾਈਨ ਦੇ ਤੀਜੇ ਕਾਲਮ ਦੇ ਜਿਹੜਾ ਐਲੀਮੈਂਟ ਆ ਉਹਦੇ ਬਰਾਬਰ ਹੋਣਾ ਚਾਹੀਦਾ। ਫਿਰ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਜਿਹੜੇ ਮੈਟ੍ਰਿਕਸ ਹੈ ਉਹ ਬਰਾਬਰ ਹੈ। ਠੀਕ ਹੈ ਬੱਚੋ, ਤਾਂ ਇਹ ਜਿਹੜੀ ਜਾਣਕਾਰੀ ਹੈ ਇੰਨੀ ਕੁ ਦੇ ਨਾਲ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਐਕਸਰਸਾਈਜ਼ 3.1। ਉਹਦੇ ਵਿੱਚ ਤੁਸੀਂ ਦੇਖੋ ਪਹਿਲਾ ਜਿਹੜਾ ਸਵਾਲ ਹੈ ਉਹਦੇ ਵਿੱਚ ਇੱਕ ਮੈਟ੍ਰਿਕਸ ਦਿੱਤਾ, ਤਾਂ ਇਹਦੇ ਨਾਲ ਥੱਲੇ ਕੁਝ ਕੁਐਸਚਨ ਦਿੱਤੇ ਆ। ਮੈਟ੍ਰਿਕਸ ਦਾ ਨਾਮ ਹੈਗਾ A, ਇਹਦੀ 1 2 ਅਤੇ 3 ਇਹਦੀਆਂ ਲਾਈਨਾਂ, 1 2 3 4 ਇਹਦੇ ਕਾਲਮ ਹੈ। ਪਹਿਲਾ ਕੁਐਸਚਨ ਵੀ ਇਹੀ ਆ, ਦੀ ਆਰਡਰ ਆਫ ਦੀ ਮੈਟ੍ਰਿਕਸ। ਇਸ ਮੈਟ੍ਰਿਕਸ ਦਾ ਆਰਡਰ ਲਿਖਣਾ। ਕੀ ਆਰਡਰ ਹੈ? ਲਾਈਨਾਂ ਦੀ ਗਿਣਤੀ ਗੁਣਾ ਕਾਲਮਾਂ ਦੀ ਗਿਣਤੀ। ਲਾਈਨਾਂ ਦੀ ਗਿਣਤੀ 3 ਹੈ ਅਤੇ ਕਾਲਮਾਂ ਦੀ ਗਿਣਤੀ 4 ਹੈ। ਇਹਨੂੰ 3 ਗੁਣਾ 4 ਦਾ ਮੈਟ੍ਰਿਕਸ ਅਸੀਂ ਕਹਿ ਸਕਦੇ ਹਾਂ, ਜਾਂ ਇਹ ਕਹਿ ਲਓ ਕਿ ਇਹਦਾ ਆਰਡਰ 3 ਗੁਣਾ 4 ਹੈ। ਹੁਣ ਐਲੀਮੈਂਟ ਦੇਖਣੇ ਆ ਕਿੰਨੇ ਆ, ਤਾਂ ਗੁਣਾ ਕਰ ਦੇਣੀ ਆ। 3 ਨੂੰ 4 ਨਾਲ ਗੁਣਾ ਕਰ ਦੇਣੀ ਆ, 12 ਬਣਦੇ ਆ। ਵੈਸੇ ਵੀ ਗੁਣਾ ਗਿਣਤੀ ਕਰਕੇ ਵੇਖ ਲਓ, ਇਹਦੇ 12 ਐਲੀਮੈਂਟ ਹੈ। ਉਸ ਤੋਂ ਬਾਅਦ ਗੱਲ ਹੈਗੀ ਆ ਤੀਜਾ ਇਹਦਾ ਪਾਰਟ, ਰਾਈਟ ਦੀ ਐਲੀਮੈਂਟਸ A13 A21। ਇੱਕ ਗੱਲ ਦਾ ਖਿਆਲ ਇਹ ਰੱਖਣਾ ਹੈ ਕਿ ਇਹ 13 ਨਹੀਂ ਹੈਗਾ, ਇਹ 21 ਨਹੀਂ ਹੈਗਾ, ਇਹ 33 ਨਹੀਂ ਹੈਗਾ, ਇਹ 34 ਨਹੀਂ ਹੈਗਾ, ਇਹ ਹੈ ਨਹੀਂ 23। ਇਹ ਕੀ ਆ, ਇਸ ਗੱਲ ਨੂੰ ਨੋਟ ਕਰੋ। ਇਸ ਤਰੀਕੇ ਦੇ ਨਾਲ ਪਹਿਲਾਂ ਤਾਂ ਜਿਹੜਾ ਨਾਮ ਹੈ ਕਿਸੇ ਮੈਟ੍ਰਿਕਸ ਦਾ ਉਹ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਜਾਂਦਾ। ਜਿਵੇਂ ਇਹਦੇ 'ਚ A ਆ ਜਾਂ B ਆ ਜਾਂ C ਆ, ਉਹ ਹਮੇਸ਼ਾ ਮੈਟ੍ਰਿਕਸ ਨੂੰ ਦਿਖਾਉਣ ਦੇ ਲਈ ਕੈਪੀਟਲ ਲੈਟਰ ਵਰਤੇ ਜਾਂਦੇ ਆ, ਅਤੇ ਉਹਦੇ ਐਲੀਮੈਂਟਸ ਨੂੰ ਦਿਖਾਉਣ ਵਾਸਤੇ ਸਮੋਲ ਲੈਟਰ ਵਰਤੇ ਜਾਂਦੇ ਆ। ਆ ਜਿਹੜੀ A ਲਿਖੀ ਆ ਇਹਦਾ ਮਤਲਬ ਇਹਦਾ ਐਲੀਮੈਂਟ ਹੈ। ਇਹ ਮੈਟ੍ਰਿਕਸ ਦੇ ਜਿਹੜੇ ਐਲੀਮੈਂਟਸ ਆ ਉਹਨਾਂ ਨੂੰ A ਨਾਲ ਹੀ ਲਿਖਾਂਗੇ। ਅਤੇ ਇਹਦੇ ਪੈਰ ਦੇ ਵਿੱਚ ਜਿਹੜਾ ਪਾਇਆ ਹੋਇਆ, ਜਦੋਂ ਤੁਸੀਂ 13 ਪੜ੍ਹੋਗੇ, ਉਹ 13 ਨਹੀਂ ਹੈਗਾ, ਉਹ 1 3 ਆ। 1 ਮਤਲਬ ਕਿ ਇਹਦੀ ਪਹਿਲੀ ਉਹ ਲਾਈਨ ਨੂੰ ਦਿਖਾਉਂਦਾ, ਅਤੇ 3 ਆ ਜਿਹੜਾ 3 ਉਹ ਤੀਜੇ ਕਾਲਮ ਨੂੰ ਦਿਖਾਉਂਦਾ ਹੈ। ਇਸ ਤਰੀਕੇ ਨਾਲ A ਜਿਹੜਾ ਹੈ ਉਹ ਐਲੀਮੈਂਟ ਦੇ ਲਈ ਆ, ਅਤੇ ਜਿਹੜੇ ਪੈਰਾਂ ਦੇ ਵਿੱਚ ਪਾਏ ਹੋਏ ਆ, ਜੋ ਵੀ ਡਿਜਿਟ ਪਾਏ ਹੋਏ ਆ, ਉਹ ਪਹਿਲਾ ਜਿਹੜਾ ਹੈ ਉਹ ਨੰਬਰ ਹੈ ਉਹਦੀ ਲਾਈਨ ਦਾ, ਅਤੇ ਦੂਜਾ ਜਿਹੜਾ ਹੈ ਉਹਦੇ ਨੰਬਰ ਹੈ ਉਹਦੀ ਕਾਲਮ ਦਾ। ਤਾਂ ਇਹਦੇ 'ਚ ਪਹਿਲਾ ਲਾਈਨ ਅਤੇ ਤੀਜਾ ਕਾਲਮ ਇਸ A ਵਾਲੇ ਮੈਟ੍ਰਿਕਸ ਦੇ ਵਿੱਚ ਅਸੀਂ ਦੇਖ ਲੈਂਦੇ ਹਾਂ। ਇਹਦੀ ਆ ਪਹਿਲੀ ਲਾਈਨ ਹੈ, ਜਾਂ ਤੀਜਾ ਕਾਲਮ ਕਿੰਨਾ ਹੈ? 1 2 ਤੀਜਾ ਕਾਲਮ ਹੈ, ਤੀਜਾ ਹੈਗਾ 19। ਇਸ ਲਈ A13 ਜਿਹੜਾ ਐਲੀਮੈਂਟ ਹੈ ਉਹ 19 ਹੈ, 19 ਹੈ। ਉਹ ਤੋਂ ਬਾਅਦ ਹੈਗਾ A21। 2 ਹੈਗਾ ਲਾਈਨ ਦਾ ਨੰਬਰ ਅਤੇ 1 ਹੈਗਾ ਕਾਲਮ ਦਾ ਨੰਬਰ। ਮਤਲਬ ਕਿ ਸੈਕੰਡ ਲਾਈਨ ਦਾ ਫਸਟ ਕਾਲਮ ਦਾ ਐਲੀਮੈਂਟ ਇਹ 'ਚ ਦੇਖਦੇ ਹਾਂ। ਸੈਕੰਡ ਲਾਈਨ ਹੈਗੀ ਇਹ ਵਾਲੀ ਦਾ ਪਹਿਲਾ ਹੀ ਆ ਜਿਹੜਾ 35 ਮਤਲਬ ਕਿ 35 ਆ। ਉਹ ਤੋਂ ਬਾਅਦ ਹੈਗਾ A33। A33 ਮਤਲਬ ਕਿ ਤੀਜੀ ਲਾਈਨ ਦੇਖਣੀ ਆ ਅਤੇ ਤੀਜਾ ਕਾਲਮ ਦੇਖਣਾ। -5 ਹੈ, -5 ਜਿਹੜਾ ਹੈ ਉਹ A33 ਪੋਜੀਸ਼ਨ ਦਾ ਜਿਹੜਾ ਐਲੀਮੈਂਟ ਹੈ। 2 ਇਹਦੇ ਹੋਰ ਹੈ, ਮੇਰੇ ਖਿਆਲ 'ਚ ਹੁਣ ਤੁਸੀਂ ਕਰ ਲੂੰਗੇ, ਅਤੇ ਹੋਰ ਵੀ ਪ੍ਰੈਕਟਿਸ ਆਪਣੇ ਵੱਲੋਂ ਕਰ ਸਕਦੇ ਹੋ। ਅੱਗੇ ਵਧੀਏ। ਨੰਬਰ ਦੂਜਾ
क्वेश्चन है, इफ ए मैट्रिक्स हैज 24 एलिमेंट्स, what are the possible orders it can have, but if it has 13 elements। ਹੁਣ 24 ਬਣਾਉਣਾ ਹੈ, ਕਿਹੜੀ ਕਿਹੜੀ ਨੰਬਰ ਨੂੰ ਗੁਣਾ ਕਰਕੇ 24 ਬਣ ਸਕਦਾ ਹੈ, ਉਹੀ ਇਹਦੇ ਆਰਡਰ ਹੋ ਸਕਦੇ ਆ। ਹੁਣ 24 ਬਣਾਉਣਾ ਹੈ, 24 ਤਾਂ ਬਹੁਤ ਸਾਰੇ ਹੋ ਸਕਦੇ ਆ। 1 ਗੁਣਾ 24 ਉਹ ਵੀ 24 ਦੇ ਬਰਾਬਰ ਹੈ, 2 ਗੁਣਾ 12 ਉਹ ਵੀ 24 ਦੇ ਬਰਾਬਰ ਹੈ, 3 ਗੁਣਾ 8 ਜਾਂ 8 ਗੁਣਾ 3 ਉਹ ਵੀ 24 ਦੇ ਬਰਾਬਰ ਹੈ। ਅਤੇ ਇਸ ਤਰੀਕੇ ਨਾਲ 6 ਚੌਕਾ 24 ਵੀ ਹੁੰਦਾ ਹੈ, 6 ਗੁਣਾ 4 ਜਾਂ 4 ਗੁਣਾ 6 ਇਹ ਵੀ 24 ਹੁੰਦਾ ਹੈ। ਇੰਨੇ ਜਿੰਨੇ ਵੀ ਸਾਰੇ 24 ਦੇ ਬਣਦੇ ਆ ਉਹ ਤੁਸੀਂ ਲਿਖ ਲੈਣੇ ਆ। ਅਤੇ 13 ਦਾ ਜੇਕਰ ਦੇਖਣਾ ਤਾਂ 1 ਗੁਣਾ 13 ਜਾਂ 13 ਗੁਣਾ 1 ਇਹ ਦੋ ਹੀ ਬਣਦੇ ਆ, 13 ਦੀ ਕੋਈ ਹੋਰ ਨਹੀਂ ਬਣਦੀ। ਤਾਂ ਉਹ ਤੋਂ ਬਾਅਦ ਤੀਜਾ ਹੈ ਉਹ ਜੀ 18 ਹੈ। ਉਹ ਤਾਂ ਹੁਣ ਤੁਸੀਂ ਦੇਖ ਹੀ ਸਕਦੇ ਆ ਵੀ 18 ਕਿਹਨੂੰ ਕਿਹਦੇ ਨਾਲ ਗੁਣਾ ਕਰਕੇ ਬਣ ਸਕਦਾ ਹੈ, ਉਹ ਸਾਰੇ ਦੇਖ ਲੈਣੇ ਆ। ਅਤੇ ਜੇ 5 ਹੈ ਫਿਰ 1 ਗੁਣਾ 5 ਜਾਂ 5 ਗੁਣਾ 1 ਬਣ ਸਕਦਾ। ਉਸ ਤੋਂ ਬਾਅਦ ਚੌਥਾ ਸਵਾਲ ਹੈ ਇਹਦਾ, ਕੰਸਟਰਕਟ ਇਹ 2x2 ਮੈਟਰਿਕਸ, ਮਤਲਬ 2 ਲਾਈਨਾਂ ਅਤੇ 2 ਕਾਲਮ ਦਾ ਇੱਕ ਮੈਟਰਿਕਸ ਤੁਸੀਂ ਬਣਾਉਣਾ ਹੈ, ਜਿਹਦੇ ਵਿੱਚ ਕੰਡੀਸ਼ਨ ਦਿੱਤੀ ਹੋਈ ਆ, 3 ਪਾਰਟ ਉਹਦੇ ਦਿੱਤੇ ਹੋਏ ਆ। ਉਹ ਮੈਂ ਤੁਹਾਨੂੰ ਇੱਕ ਕਰਕੇ ਸੋਲਵ ਕਰਕੇ ਦਿਖਾ ਦਿੰਦਾ ਕਿ ਇਹਦਾ ਕਿਵੇਂ ਮਤਲਬ ਬਣਦਾ। ਮੰਨ ਲਓ ਵੀ 2 ਗੁਣਾ 2 ਦਾ ਐਲੀਮੈਂਟ ਬਣਾਉਣਾ ਹੈ, ਤਾਂ ਉਹਦੀ ਜਿਹੜੀ ਪਹਿਲੀ ਪਾਰਟ ਹੈ ਚੌਥੇ ਦਾ, ਉਹਦੇ ਲਈ ਸਾਨੂੰ ਕੰਡੀਸ਼ਨ ਦਿੱਤੀ ਆ AI J ਇਜ਼ ਇਕੁਅਲ ਟੂ 1 ਨਹੀਂ ਹੈ, I ਪਲੱਸ J ਹੋਲ ਸਕੇਅਰ ਡਿਵਾਈਡਡ ਬਾਈ 2, ਇਹ ਕੰਡੀਸ਼ਨ ਦਿੱਤੀ ਆ। ਇਹ ਤੋਂ ਅਸੀਂ ਇੱਕ ਮੈਟਰਿਕਸ ਬਣਾਉਣਾ ਹੈ 2 ਗੁਣਾ 2 ਦਾ। ਕਿਵੇਂ ਬਣੂਗਾ, ਇੱਥੇ ਵਾਰੀ ਵਾਰੀ ਪੁੱਟ ਕਰਨੇ ਆ। ਇਹ I ਜਿਹੜੀ ਆ ਇਹ ਲਾਈਨ ਦੇ ਨੰਬਰ ਦੇ ਲਈ ਦਰਸਾਉਂਦੀ ਆ, ਅਤੇ J ਜਿਹੜੀ ਆ ਉਹ ਕਾਲਮ ਦੇ ਲਈ ਆ, ਕਾਲਮ ਦਾ ਨੰਬਰ ਹੈ। ਠੀਕ ਹੈ ਬੱਚੋ। ਤਾਂ ਕੀ ਕਰਨਾ, ਅਸੀਂ ਵਾਰੀ ਵਾਰੀ ਭੁਰਦੇ ਜਾਣਾ। ਸਾਨੂੰ ਪਤਾ ਲੱਗ ਗਿਆ 2 ਗੁਣਾ 2 ਦਾ ਮਤਲਬ I ਦੀ ਜਿਹੜੀ ਵੈਲਿਊ ਹੈ ਉਹ 1 ਐਂਡ 2 ਹੈ, ਮਤਲਬ 1 ਔਰ 2 ਹੈ, ਅਤੇ J ਦੀ ਜਿਹੜੀ ਵੈਲਿਊ ਉਹ ਵੀ 1 ਐਂਡ 2 ਹੈ, ਕਿਉਂਕਿ 2 ਕਾਲਮ ਹੈ। ਹੁਣ ਵਾਰੀ ਵਾਰੀ ਭਰਦੇ ਜਾਣੇ ਆ। A11 ਇਹਦੇ 'ਚ I ਦੀ ਵੈਲਿਊ 1 ਅਤੇ J ਦੀ ਵੈਲਿਊ ਵੀ 1 ਹੋਲ ਸਕੇਅਰ ਡਿਵਾਈਡਡ ਬਾਈ 2, ਕੀ ਆ ਜਾਊਗਾ 1 + 1 2 ਹੋਲ ਸਕੇਅਰ ਡਿਵਾਈਡਡ ਬਾਈ 2, 2 ਦਾ ਸਕੇਅਰ ਆ ਗਿਆ 4 ਡਿਵਾਈਡਡ ਬਾਈ 2, ਅਤੇ ਇਹਨੂੰ ਕਰਾਂਗੇ ਕੈਲਕੂਲੇਟ ਤਾਂ 2 ਆ ਜਾਊਗਾ। ਠੀਕ ਹੈ ਜੀ। ਇਸ ਤਰੀਕੇ ਨਾਲ ਅਗਲਾ ਐਲੀਮੈਂਟ A1 2, ਫਿਰ ਉਹਦੇ 'ਚ ਕਾਲਮ ਲਾਈਨ ਦੀ ਗਿਣਤੀ ਜਿਹੜੀ 1 ਹੈ ਅਤੇ ਕਾਲਮ 2 ਹੈ, ਤਾਂ ਉਹਦਾ ਸਕੇਅਰ ਹੈ ਡਿਵਾਈਡਡ ਬਾਈ 2 ਹੈ, ਤਾਂ 1 + 2 3 ਸਕੇਅਰ ਡਿਵਾਈਡਡ ਬਾਈ 2 9/2 ਸਾਡੇ ਕੋਲ ਆ ਗਿਆ। ਇਸ ਤਰੀਕੇ ਨਾਲ ਅਗਲਾ ਐਲੀਮੈਂਟ ਹੈਗਾ 2 1 2 1 2 + 1 ਹੋਲ ਸਕੇਅਰ ਡਿਵਾਈਡਡ ਬਾਈ 2, ਉਹ ਵੀ 3 ਸਕੇਅਰ ਬਾਈ 2 9/2 ਆ ਗਿਆ। ਅਤੇ ਅਗਲਾ ਆ ਗਿਆ A22 2 + 2 ਹੋਲ ਸਕੇਅਰ ਓਵਰ 2 4 ਸਕੇਅਰ ਓਵਰ 2, ਅਤੇ ਇਹ ਆ ਗਿਆ 16 ਡਿਵਾਈਡਡ ਬਾਈ 2, ਮਤਲਬ ਕਿ 8। ਹੁਣ ਇਸ ਐਂਟਰੀਜ਼ ਨੂੰ, ਇਹਨਾਂ ਸਾਰੀਆਂ ਐਂਟਰੀਜ਼ ਨੂੰ ਲੈ ਕੇ ਜਿਹੜੀਆਂ ਅਸੀਂ ਸੋਲਵ ਕੀਤੀਆਂ, ਇਹਨਾਂ ਸਾਰਿਆਂ ਨੂੰ ਲੈ ਕੇ ਇੱਕ ਮੈਟਰਿਕਸ ਬਣਾਉਣਾ ਹੈ। ਕੀ ਬਣੂਗਾ, ਪਹਿਲਾਂ ਆਇਆ ਸੀਗਾ A11 2, ਉਹ ਇੱਥੇ ਆ ਗਿਆ। A12 ਦਾ ਆਇਆ ਸੀਗਾ 9/2, ਅਤੇ A21 ਦਾ ਵੀ ਆਇਆ 9/2,
ਤੇ A22 ਦਾ ਆਇਆ ਸਾਡੇ ਕੋਲ 8 ਇਹ ਬੱਚਿਓ ਨਵਾਂ ਜਿਹੜਾ ਸਾਡੇ ਕੋਲ ਮੈਟ੍ਰਿਕਸ ਆ ਗਿਆ, ਜਿਹੜਾ 2 ਗੁਣਾ 2 ਦਾ ਹੈ। ਇਸ ਤਰੀਕੇ ਨਾਲ ਜਿਹੋ ਜੀ ਵੀ ਕੰਡੀਸ਼ਨ ਸਾਨੂੰ ਦਿੱਤੀ ਹੋਈ ਆ ਉਹਦੇ ਮੁਤਾਬਕ I ਦਾ ਤੇ J ਦੀ ਵੈਲਿਊ ਵਾਰੀ ਪੁੱਟ ਕਰਦੇ ਜਾਣਾ ਹੈ ਤੇ ਕੈਲਕੂਲੇਟ ਕਰਕੇ ਸਾਡੇ ਕੋਲ ਮੈਟ੍ਰਿਕਸ ਆ ਜਾਏਗਾ। ਤਾਂ ਇਹ ਚੌਥੇ ਕੁਐਸਚਨ ਦੇ ਸਾਡੇ ਕੋਲ 3 ਪਾਰਟ ਹੈ, ਇਹਨਾਂ ਨੂੰ ਤੁਸੀਂ ਸੋਲਵ ਕਰ ਲੈਣਾ। ਉਹ ਤੋਂ ਬਾਅਦ 5ਵਾਂ ਕੁਐਸਚਨ ਹੈ, ਉਹਦੇ ਵਿੱਚ ਵੀ ਇਹੀ ਚੀਜ਼ ਆ। 3 ਗੁਣਾ 4 ਦਾ ਇੱਕ ਮੈਟ੍ਰਿਕਸ ਬਣਾਉਣਾ ਹੈ, ਮਤਲਬ ਲਾਈਨਾਂ ਦੀ ਗਿਣਤੀ 1 2 ਤੇ 3 ਤੇ ਕਾਲਮ 1 2 3 4 ਤੱਕ ਲੈਣੇ ਆ। I ਦੀ ਵੈਲਿਊ ਜਿਹੜੀ ਹੈ ਉਹ 1 2 ਐਂਡ 3 ਲੈਣੀ ਆ ਤੇ ਕਾਲਮ J ਦੀ ਜਿਹੜੀ ਵੈਲਿਊ ਹੈ ਉਹ 1 2 3 ਤੇ 4 ਲੈਣੀ ਆ। ਵਾਰੀ ਅਸੀਂ ਜੋ ਕੰਡੀਸ਼ਨ ਸਾਨੂੰ ਦਿੱਤੀ ਆ ਉਹਦੇ 'ਚ ਭਰਦੇ ਜਾਣਾ ਤਾਂ ਐਲੀਮੈਂਟ ਤੁਹਾਡੇ ਕੋਲ ਪੋਜੀਸ਼ਨ ਦੇ ਆਈ ਜਾਣੇ ਆ, ਤਾਂ ਉਹਦੇ ਨਾਲ ਤੁਸੀਂ ਮੈਟ੍ਰਿਕਸ ਬਣਾ ਲੈਣਾ। ਅਤੇ ਇੱਕ ਗੱਲ ਦਾ ਇਹਦੇ 'ਚ ਖਿਆਲ ਇਹ ਰੱਖਣ ਵਾਲਾ ਕਿ ਇਹਦੇ 'ਚ ਜਿਹੜੀ ਬ੍ਰੈਕਟ ਪਾਈ ਆ ਇਹਨੂੰ ਐਬਸੋਲੂਟ ਵੈਲਿਊ ਬ੍ਰੈਕਟ ਕਹਿੰਦੇ ਆ। ਇਹਦੇ ਵਿੱਚ ਜਦੋਂ ਇਹਨੂੰ ਓਪਨ ਕਰਦੇ ਆ ਵਿੱਚ ਕੈਲਕੂਲੇਸ਼ਨ ਕਰਨ ਤੋਂ ਬਾਅਦ ਜੇਕਰ ਇਹਦੇ ਵਿੱਚ ਨੈਗੇਟਿਵ ਵੈਲਿਊ ਆਉਂਦੀ ਆ ਤਾਂ ਜਦੋਂ ਬ੍ਰੈਕਟ ਨੂੰ ਓਪਨ ਕਰਦੇ ਆ ਤਾਂ ਉਹ ਪੋਜ਼ੀਟਿਵ ਬਣ ਜਾਂਦੀ ਆ, ਮਤਲਬ ਇਹਦੇ 'ਚੋਂ ਪੋਜ਼ੀਟਿਵ ਵੈਲਿਊ ਹੀ ਬਾਹਰ ਆਉਂਦੀ ਹੈ, ਨੈਗੇਟਿਵ ਨਹੀਂ ਆਉਂਦੀ। ਇਸ ਗੱਲ ਦਾ ਖਿਆਲ ਰੱਖਣਾ। ਉਸ ਤੋਂ ਬਾਅਦ 6ਵਾਂ ਕੁਐਸਚਨ ਹੈ ਸਾਡੇ ਕੋਲ, ਫਾਈਂਡ ਦੀ ਵੈਲਿਊਜ਼ ਆਫ X Y ਐਂਡ Z ਫਰੋਮ ਦੀ ਫੋਲੋਇੰਗ ਇਕੁਏਸ਼ਨਸ ਦਿੱਤੀਆਂ ਹੋਈਆਂ, ਇਕੁਅਲ ਦਾ ਸਾਈਨ ਉਹਨਾਂ ਦੇ ਵਿੱਚ ਪਾਇਆ ਹੋਇਆ, ਮਤਲਬ ਕਿ ਆਹ ਮੈਟ੍ਰਿਕਸ ਇਹਦੇ ਬਰਾਬਰ ਹੈ, ਇਕੁਅਲ ਹੈ। ਇਕੁਅਲ ਦੀ ਡੈਫੀਨੀਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ 2 ਹੀ ਕੰਡੀਸ਼ਨ ਹੈ, ਇੱਕ ਮੈਟ੍ਰਿਕਸ ਦੂਜੇ ਮੈਟ੍ਰਿਕਸ ਦੇ ਇਕੁਅਲ ਤਾਂ ਹੋ ਸਕਦਾ ਹੈ ਜਾਂ ਪਹਿਲੀ ਕੰਡੀਸ਼ਨ ਕੀ ਆ ਕਿ ਉਹਨਾਂ ਦਾ ਆਰਡਰ ਸੇਮ ਹੋਣਾ ਚਾਹੀਦਾ, ਲਾਈਨਾਂ ਤੇ ਕਾਲਮਾਂ ਦੀ ਗਿਣਤੀ ਬਰਾਬਰ ਹੋਣੀ ਚਾਹੀਦੀ ਆ। ਦੂਜਾ ਕੋਰਸਪੋਂਡਿੰਗ ਐਲੀਮੈਂਟਸ ਇਕੁਅਲ ਹੋਣੇ ਚਾਹੀਦੇ ਆ। ਕੋਰਸਪੋਂਡਿੰਗ ਦਾ ਦੱਸਿਆ ਸੀਗਾ, ਜਿਵੇਂ ਇਹਦੇ 'ਚ 4 ਜਿਹੜਾ ਹੈ ਉਹ ਪਹਿਲੀ ਲਾਈਨ ਤੇ ਪਹਿਲੇ ਕਾਲਮ ਦਾ ਐਲੀਮੈਂਟ ਹੈ, ਤੇ ਦੂਜੇ ਦੇ ਵਿੱਚ Y ਆ ਪਹਿਲੇ ਲਾਈਨ ਤੇ ਪਹਿਲੇ ਕਾਲਮ ਦਾ ਐਲੀਮੈਂਟ। ਜੇਕਰ ਹੁਣ ਇਹ 2 ਮੈਟ੍ਰਿਕਸ ਆਪਸ ਦੇ ਵਿੱਚ ਬਰਾਬਰ ਹੈ ਤਾਂ 4 ਦਾ 22 ਦੇ ਬਰਾਬਰ ਹੋਣਾ ਜ਼ਰੂਰੀ ਆ। ਉਧਰ 3 ਦਾ Z ਦੇ ਬਰਾਬਰ ਹੋਣਾ ਚਾਹੀਦਾ, X ਜਿਹੜਾ ਉਹ 1 ਦੇ ਬਰਾਬਰ ਹੋਣਾ ਚਾਹੀਦਾ ਤੇ 5 ਦੇ ਬਰਾਬਰ ਹੈ ਹੀ ਆ। ਕੋਰਸਪੋਂਡਿੰਗ ਦਾ ਹੁਣ ਤੁਸੀਂ ਮਤਲਬ ਸਮਝ ਗਏ ਹੋਵੋਗੇ। X ਦੀ ਵੈਲਿਊ ਇੱਥੇ 1 ਆਉਂਦੀ ਆ, Y ਦੀ 4 ਆਉਂਦੀ ਆ ਤੇ Z ਦੀ 3 ਆਉਂਦੀ ਆ। ਅਤੇ ਇਹ ਤਾਂ ਹੈਗਾ ਸਿੰਪਲ। ਅਤੇ ਜਿਹੜੇ ਇਹਦੇ ਸੈਕਿੰਡ ਅਤੇ ਥਰਡ ਪਾਰਟ ਹੈ ਉੱਥੇ ਥੋੜ੍ਹੀ ਜਿਹੀ ਸਾਨੂੰ ਕੈਲਕੂਲੇਸ਼ਨ ਕਰਨੀ ਪਵੇਗੀ। ਇਹ ਫਾਰਮੂਲਾ ਲਾਉਣ ਦੇ ਨਾਲ X ਜਮ੍ਹਾਂ Y ਦੀ 6 ਦੇ ਬਰਾਬਰ ਆਉਂਦੇ ਆ, 5 ਜਮ੍ਹਾਂ Z ਉਹ 5 ਦੇ ਬਰਾਬਰ ਆਉਂਦਾ ਹੈ, 2 ਦੇ ਬਰਾਬਰ ਹੈ ਹੀ ਆ, X ਗੁਣਾ Y ਜਿਹੜਾ 8 ਦੇ ਬਰਾਬਰ ਆਉਂਦਾ। ਥੋੜ੍ਹੀ ਜਿਹੀ ਕੈਲਕੂਲੇਸ਼ਨ ਤੁਸੀਂ ਕਰੋਗੇ ਤਾਂ X Y Z ਦਾ ਮੁੱਲ ਤੁਹਾਡੇ ਕੋਲ ਆ ਜਾਊਗਾ। ਥਰਡ ਪਾਰਟ ਦੇ ਵਿੱਚ ਵੀ ਐਵੇਂ ਹੀ ਆ। ਅਤੇ 7ਵਾਂ ਜਿਹੜਾ ਸਵਾਲ ਹੈ ਉਹਦੇ ਵਿੱਚ ਵੀ ਕੁਛ ਐਸਾ ਹੀ ਆ। ਇੱਕ ਮੈਟ੍ਰਿਕਸ ਦਿੱਤਾ, ਇੱਕ ਦੂਜਾ ਦਿੱਤਾ, ਕੋਰਸਪੋਂਡਿੰਗ ਐਲੀਮੈਂਟ ਬਰਾਬਰ ਲਿਖ ਲੈਣੇ ਆ, A - B - 1 ਦੇ ਬਰਾਬਰ ਹੈ। ਅਤੇ ਇਹਦੀ ਕੈਲਕੂਲੇਸ਼ਨ ਤਾਂ ਕਰ ਸਕਦੇ ਹਾਂ ਕਿਉਂਕਿ ਫਿਰ ਤਾਂ 10ਵੀਂ ਕਲਾਸ ਵਾਲਾ ਕੁਐਸਚਨ ਬਣ ਜਾਊਗਾ। ਇਹਨੂੰ ਤੁਸੀਂ ਮੇਰੇ ਖਿਆਲ 'ਚ ਇੰਨੇ ਕੀ ਕੁਐਸਚਨ ਕਰ ਲਓ, ਜਾਂ ਜੇ ਕੋਈ ਇਹ 'ਚ ਪ੍ਰੋਬਲਮ ਆਈ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸ ਦਿਓ, ਤਾਂ ਫਿਰ ਆਪਾਂ ਅੱਗੇ ਚੱਲੀਏ। ਜੇਕਰ ਇੰਨੀ ਕੁ ਗੱਲ ਸਮਝ ਆ ਗਈ ਫਿਰ ਆਪਾਂ ਅੱਗੇ ਜਾਣ ਦਾ ਫਾਇਦਾ ਹੋਊਗਾ। ਜੇਕਰ ਨਹੀਂ ਸਮਝ ਆਈ ਫਿਰ ਤਾਂ ਜਾਣ ਦਾ ਫਾਇਦਾ ਨਹੀਂ, ਫਿਰ ਦੁਬਾਰਾ ਤੋਂ ਕਰਦੇ ਹਾਂ ਕੁਛ। ਚਲੋ ਦੱਸਿਓ, ਇਹਦੀ ਮੈਂ ਤੁਹਾਨੂੰ ਨਾਲ ਕਲਿੱਕ ਵੀ ਭੇਜ ਦਿੰਦਾ, ਸਲਿਊਸ਼ਨ ਵੀ ਭੇਜ ਦਿੰਦਾ, ਸਾਰਾ ਕੁਝ ਭੇਜ ਦਿੰਦਾ। ਧੰਨਵਾਦ।